ਤੁਹਾਡਾ ਸਵਾਗਤ। ਪੰਜਾਬ 'ਚ ਆਪ ਦੀ ਭਗਵੰਤ ਮਾਨ ਸਰਕਾਰ ਨੇ 6 ਮਹੀਨੇ ਪੂਰੇ ਕਰ ਲਏ ਨੇ। ਅੱਜ ਇਸ ਬਾਰੇ ਮੈਂ ਵਿਸ਼ਲੇਸ਼ਣ ਕਰੂੰਗਾ, ਐਨਾਲਿਸਿਸ ਕਰੂੰਗਾ। ਵੱਡੀ ਬਹੁਮਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਉੱਤੇ ਲੋਕਾਂ ਦੀਆਂ ਅਨੇਕਾਂ ਉਮੀਦਾਂ ਸਨ। ਕੀ ਪਾਰਟੀ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੀ ਹੈ? ਕੀ ਹਨ ਹੁਣ ਤੱਕ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ? ਚੋਣਾਂ ਵੇਲੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਬੇਸ਼ੁਮਾਰ ਗਰੰਟੀਆਂ ਦਿੱਤੀਆਂ ਸਨ ਅਤੇ ਵਾਅਦੇ ਕੀਤੇ ਸਨ। ਕਿੰਨੀਆਂ ਗਰੰਟੀਆਂ ਹੋਈਆਂ ਹਨ ਪੂਰੀਆਂ? ਇੱਕ ਫੀਲਿੰਗ ਹੈ ਕਿ ਸਰਕਾਰ ਕੋਲ ਬਹੁਮਤ ਤਾਂ ਹੈ, ਪਰ ਤਜਰਬੇ ਦੀ ਘਾਟ ਹੈ, ਜਿਸ ਕਰਕੇ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਕਈ ਵਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕਿਹੜੇ ਮਸਲਿਆਂ ਤੇ ਸਰਕਾਰ ਨੂੰ ਹਾਈ ਕੋਰਟ 'ਚ ਨਿਰਾਸ਼ਤਾ ਮਿਲੀ ਹੈ? ਪਾਰਟੀ ਦੇ ਵਿਧਾਇਕਾਂ ਅਤੇ ਵਰਕਰਾਂ ਦਾ ਕਿਹੋ ਜਿਹਾ ਹੈ ਇਸ ਵੇਲੇ ਮਨੋਬਲ? ਕਿਸ ਤਰ੍ਹਾਂ ਦੇ ਕੋਰਸ ਕਰੈਕਸ਼ਨ ਦੀ ਹੈ ਲੋੜ? ਵਿਰੋਧੀ ਧਿਰ ਦੀ ਹੁਣ ਤੱਕ ਕੀ ਰਹੀ ਹੈ ਭੂਮਿਕਾ? ਆਓ ਮੈਂ ਸ਼ੁਰੂ ਕਰਦਾ ਹਾਂ। ਕੀ ਹਨ ਹੁਣ ਤੱਕ ਸਰਕਾਰ ਦੀਆਂ ਪ੍ਰਾਪਤੀਆਂ? ਮੇਰਾ ਆਪਣਾ ਮੰਨਣਾ ਵਾ ਕਿ ਹੁਣ ਤੱਕ ਦੀ ਜਿਹੜੀ 6 ਮਹੀਨਿਆਂ ਦੀ ਕਾਰਗੁਜ਼ਾਰੀ ਆ, ਉਹਦੀ ਮਿਲੀ ਜੁੜੀ ਪ੍ਰਤੀਕਿਰਿਆ ਸਾਹਮਣੇ ਆਈ ਆ। ਕੁਝ ਗੱਲਾਂ ਦੇ ਵਿੱਚ ਤੇ ਸਰਕਾਰ ਨੇ ਵਾਹਵਾ ਖੱਟੀ ਆ, ਬਹੁਤ ਐਪਰੀਸੀਏਸ਼ਨ ਹੋਈ ਆ। ਕਈ ਗੱਲਾਂ 'ਚ ਸਰਕਾਰ ਦੀ ਕਾਫੀ ਆਲੋਚਨਾ ਵੀ ਹੋਈ ਆ। ਅਤੇ ਜਿਵੇਂ ਆਪਾਂ ਹੁਣੇ ਗੱਲ ਕੀਤੀ ਆ, ਕਈ ਗੱਲਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਕਈ ਫੈਸਲਿਆਂ ਦੇ ਉੱਪਰ ਨਿਰਾਸ਼ਾ ਦਾ ਵੀ ਸਾਹਮਣਾ ਕਰਨਾ ਪਿਆ ਵਾ। ਵੈਸੇ ਤਾਂ ਹਾਲੇ ਸਿਰਫ 6 ਮਹੀਨੇ ਹੋਏ ਆ। ਸਰਕਾਰ 4.5 ਸਾਲ ਦੀ ਟੋਟਲ ਸਰਕਾਰ ਹੁੰਦੀ ਹੈ, ਉਸ ਤੋਂ ਬਾਅਦ ਤੇ ਫਿਰ ਚੋਣਾਂ ਦਾ ਮਾਹੌਲ ਦੁਬਾਰਾ ਬਣ ਜਾਂਦਾ ਵਾ ਔਰ ਅਸਲੀ ਜਿਹੜਾ ਵਾ ਪਤਾ ਲੱਗਦਾ ਵਾ ਸਰਕਾਰ ਦੀ ਕਾਰਗੁਜ਼ਾਰੀ ਪਹਿਲੇ 2 ਸਾਲ ਤੋਂ ਬਾਅਦ। ਲੇਕਿਨ ਫਿਰ ਵੀ 6 ਮਹੀਨਿਆਂ 'ਚ ਪਤਾ ਲੱਗਦਾ ਵੀ ਸਰਕਾਰ ਕਿਹੜੇ ਪਾਸੇ ਨੂੰ ਤੁਰੀ ਆ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰਾਪਤੀਆਂ ਦੀ। ਸਭ ਤੋਂ ਵੱਡੀ ਪ੍ਰਾਪਤੀ ਪਹਿਲੇ 6 ਮਹੀਨਿਆਂ ਦੇ ਵਿੱਚ ਮੇਰੇ ਹਿਸਾਬ ਨਾਲ ਰਹੀ ਆ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਜਿਹੜੀ ਸਰਕਾਰ ਨੇ ਚਲਾਈ ਹੈ। ਸਰਕਾਰ ਬਣਦਿਆਂ ਹੀ ਇਹਨਾਂ ਨੇ ਇੱਕ ਹੈਲਪਲਾਈਨ ਨੰਬਰ ਦਿੱਤਾ ਸੀ, ਜਿਸ 'ਤੇ ਆਲਮੋਸਟ ਕਰੀਬ 3 ਲੱਖ ਕੰਪਲੇਂਟਸ ਆਈਆਂ ਵਾ। ਕਾਫੀ FIRs ਵੀ ਦਰਜ ਹੋਈਆਂ, ਕਰੀਬ 200 ਗ੍ਰਿਫਤਾਰੀਆਂ ਵੀ ਹੋਈਆਂ, ਜਿਹਦੇ 'ਚ ਕੁਝ ਸੀਨੀਅਰ ਅਫਸਰ ਵੀ ਸ਼ਾਮਲ ਨੇ ਔਰ 2 ਸਾਬਕਾ ਮੰਤਰੀ ਇਸ ਵੇਲੇ ਭ੍ਰਿਸ਼ਟਾਚਾਰ ਦੇ ਮਸਲਿਆਂ 'ਚ ਸ਼ੱਕ ਦੇ ਘੇਰੇ 'ਚ ਨੇ। ਉਹਨਾਂ 'ਤੇ ਕੇਸ ਰਜਿਸਟਰ ਹੋਏ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਮੇਰੇ ਖਿਆਲ ਇਸ ਮਸਲੇ ਨੂੰ ਲੈ ਕੇ ਸਰਕਾਰ ਦੀ ਕਾਫੀ ਤਾਰੀਫ ਹੋਈ ਆ ਔਰ ਇਹ ਤਾਰੀਫ ਬਣਦੀ ਵੀ ਆ। ਲੇਕਿਨ ਸਰਕਾਰ ਦੇ ਆਪਣੇ 2 ਮੰਤਰੀ ਜਿਹੜੇ ਨੇ, ਉਹਨਾਂ 'ਤੇ ਬੜੇ ਗੰਭੀਰ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ। ਇੱਕ ਮੰਤਰੀ ਨੂੰ ਅਸਤੀਫਾ ਦੇਣਾ ਪਿਆ, ਦੂਜਾ ਸ਼ਾਇਦ ਅਗਲੇ ਦਿਨਾਂ 'ਚ ਅਸਤੀਫਾ ਦੇ ਸਕਦਾ ਵਾ। ਇਹਦੇ ਕਰਕੇ ਸਰਕਾਰ ਨੂੰ ਆਪਣੀ ਹੀ ਮੁਹਿੰਮ ਦੇ ਵਿੱਚ ਥੋੜ੍ਹੀ ਜਿਹੀ ਢਾਹ ਜ਼ਰੂਰ ਲੱਗੀ ਆ। ਪਰ ਦੇਖਦੇ ਹਾਂ ਅਗਲੇ 6 ਮਹੀਨਿਆਂ 'ਚ ਜਾਂ ਅਗਲੇ ਸਾਲ 'ਚ ਇਹ ਮੁਹਿੰਮ ਕਿਵੇਂ ਅੱਗੇ ਚੱਲਦੀ ਹੈ। ਭ੍ਰਿਸ਼ਟਾਚਾਰ ਤੋਂ ਇਲਾਵਾ ਐਂਟੀ ਡਰੱਗ ਕੈਂਪੇਨ ਜਿਹੜੀ ਆ, ਉਹਦੇ 'ਚ ਵੀ ਕਾਫੀ ਵੱਡੀ ਪ੍ਰਾਪਤੀ ਸਰਕਾਰ ਨੂੰ ਹਾਸਲ ਹੋਈ ਆ। ਕਰੀਬ 4500 ਦੇ ਕਰੀਬ ਡਰੱਗ ਸਮਗਲਰ ਅਰੈਸਟ ਹੋਏ, ਜਿਸ 'ਚ 150 ਦੇ ਕਰੀਬ ਕਾਫੀ ਵੱਡੇ ਸਮਗਲਰ ਜਿਹੜੇ ਨੇ ਉਹ ਅਰੈਸਟ ਕੀਤੇ ਨੇ। ਆਲਮੋਸਟ 350 ਕਿਲੋਗ੍ਰਾਮ ਹੈਰੋਇਨ ਜਿਹੜੀ ਆ ਉਹ ਫੜੀ ਗਈ ਆ। ਔਰ ਇਹ ਡਰੱਗ ਆ ਕਿੱਥੋਂ ਰਹੇ ਸੀ? ਹੁਣ ਤੱਕ ਬੜੀ ਹੈਰਾਨੀ ਸੀ ਵੀ ਬਾਰਡਰ 'ਤੇ ਬੜੀ ਸਖਤੀ ਆ, ਡਰੱਗ ਆ ਕਿੱਥੋਂ ਰਹੇ ਆ? ਔਰ ਹੁਣ ਪਤਾ ਲੱਗਾ ਕਿ ਡਰੱਗ ਗੁਜਰਾਤ ਅਤੇ ਮਹਾਰਾਸ਼ਟਰ ਸਮੁੰਦਰ ਦੇ ਜ਼ਰੀਏ ਆਉਂਦੇ ਸੀ, ਫਿਰ ਪੰਜਾਬ ਦੇ ਵਿੱਚ ਉਹ ਪਹੁੰਚਦੇ ਸੀ। ਸੋ ਇਹ ਜਿਹੜੀ ਗੱਲ ਆ ਇਹ ਹੁਣ ਸਾਹਮਣੇ ਆ ਗਈ ਆ। ਸੋ ਇਹ ਬੜੀ ਵੱਡੀ ਸਰਕਾਰ ਦੀ ਪ੍ਰਾਪਤੀ ਆ। ਲੇਕਿਨ ਅਗਲੇ ਦਿਨਾਂ ਦੇ ਵਿੱਚ ਇਸ ਮੁਹਿੰਮ ਨੂੰ ਵੀ ਨੁਕਸਾਨ ਹੋ ਸਕਦਾ ਵਾ, ਕਿਉਂਕਿ ADGP ਟਾਸਕ ਫੋਰਸ ਦੇ ਜਿਹੜੇ ADGP ਹਰਪ੍ਰੀਤ ਸਿੱਧੂ, ਉਹਨਾਂ ਦਾ ਸੈਂਟਰ ਦੇ ਵਿੱਚ ਇੰਪੈਨਲਮੈਂਟ ਹੋ ਗਈ ਆ। ਉਸ ਕੇਂਦਰ ਦੇ ਵਿੱਚ ਜਾ ਰਹੇ ਨੇ ਅਗਲੇ ਦਿਨਾਂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇੱਥੇ ਸੁਪਰਸੀਡ ਕਰਤਾ ਗਿਆ ਵਾ। ਸੋ ਇਹਦੇ ਕਰਕੇ ਸਰਕਾਰ ਨੂੰ ਇਹ ਜਿਹੜੀ ਡਰੱਗਸ ਦੇ ਖਿਲਾਫ ਮੁਹਿੰਮ ਚੱਲੀ ਆ, ਉਹਨੂੰ ਡੈਫੀਨੇਟਲੀ ਥੋੜ੍ਹੀ ਸੈਟਬੈਕ ਜ਼ਰੂਰ ਮਿਲੂਗੀ। ਔਰ ਇਸ ਤੋਂ ਇਲਾਵਾ ਜਿਹੜੇ ਓਵਰਡੋਜ਼ ਨਾਲ ਡੈਥਸ ਹੋ ਰਹੀਆਂ ਵਾ, ਉਹ ਹਾਲੇ ਵੀ ਉਸੇ ਤਰ੍ਹਾਂ ਹੀ ਜਾਰੀ ਆ। ਨੌਜਵਾਨਾਂ ਦੀ ਬਹੁਤ ਵੱਡੀ ਤਾਦਾਦ ਦੇ ਵਿੱਚ ਓਵਰਡੋਜ਼ ਨਾਲ ਡੈਥਸ ਹੋ ਰਹੀ ਹੈ। ਸੋ ਇਹਦੇ ਬਾਰੇ ਹਾਲੇ ਸਰਕਾਰ ਕੋਈ ਨੀਤੀ ਨਹੀਂ ਬਣਾ ਸਕੀ। ਸੋ ਇੱਕ ਪਾਸੇ ਪ੍ਰਾਪਤੀ ਹੈ, ਦੂਜੇ ਪਾਸੇ ਸਰਕਾਰ ਨੂੰ ਹਾਲੇ ਬਹੁਤ ਕੰਮ ਕਰਨ ਦੀ ਲੋੜ ਹੈ। ਤੀਸਰੀ ਗੱਲ ਜਿਹਦੇ 'ਚ ਸਰਕਾਰ ਨੇ ਕਾਫੀ ਕੰਮ ਕੀਤਾ, ਉਹ ਹੈ ਗੈਂਗਸਟਰਸ ਦੇ ਖਿਲਾਫ ਆਪਣੀ ਮੁਹਿੰਮ 'ਚ। 2 ਗੈਂਗ ਜ਼ਿਆਦਾ ਐਕਟਿਵ ਸੀ ਇੱਥੇ, ਲਾਰੈਂਸ ਬਿਸ਼ਨੋਈ ਗੈਂਗ ਅਤੇ ਬਮੀਹਾ ਗੈਂਗ। ਇਹਨਾਂ ਦੇ ਜਿਹੜੇ ਜ਼ਿਆਦਾ ਸਰਗਰਮ ਲੀਡਰ ਸੀ, ਉਹ ਕਰੀਬ ਸਾਰੇ ਅਰੈਸਟ ਹੋ ਗਏ। ਲੇਕਿਨ ਇਹ ਜਿਹੜੀ ਪ੍ਰਾਪਤੀ ਆ, ਇਹਨੂੰ ਪ੍ਰਾਪਤੀ ਆਪਾਂ ਗਿਣ ਨਹੀਂ ਸਕਦੇ, ਕਿਉਂਕਿ ਇਹਨਾਂ ਗੈਂਗਸਟਰਸ ਨੇ ਇੱਕ ਬਹੁਤ ਵੱਡਾ ਨੁਕਸਾਨ ਕੀਤਾ ਵਾ। 2 ਕਬੱਡੀ ਪਲੇਅਰ ਮਾਰੇ ਇਹਨਾਂ ਨੇ ਔਰ ਇੱਕ ਬਹੁਤ ਵੱਡਾ ਆਪਣਾ ਸਿੰਗਰ, ਜਿਹਨੂੰ ਸਾਰੇ ਹਰਮਨ ਪਿਆਰਾ ਸਿੰਗਰ ਸੀ ਸਿੱਧੂ ਮੂਸੇਵਾਲਾ, ਉਹਦੀ ਹੱਤਿਆ ਇਹਨਾਂ ਲੋਕਾਂ ਨੇ ਕੀਤੀ ਆ। ਉਹਦੇ ਕਰਕੇ ਸਰਕਾਰ ਦੀ ਜਿਹੜੀ ਤਾਰੀਫ ਨਹੀਂ ਹੋ ਰਹੀ, ਕਿਉਂਕਿ ਇੱਕ ਪਾਸੇ ਗੈਂਗਸਟਰਸ ਨੇ ਬਹੁਤ ਵੱਡਾ ਨੁਕਸਾਨ ਕਰਤਾ ਔਰ ਉਹਦੇ 'ਚ ਸਰਕਾਰ ਦੀ ਅਣਗਹਿਲੀ ਜਿਹੜੀ ਆ
ਉਹ ਜ਼ਰੂਰ ਸਾਹਮਣੇ ਆਈ ਹੈ। ਮੰਨੀ ਜਾ ਰਹੀ ਲੋਕਾਂ ਦੀ ਅੱਖਾਂ ਦੇ ਵਿੱਚ ਵੀ ਇਹ ਸਰਕਾਰ ਨੂੰ ਉਹਦਾ ਬਚਾਅ ਸਰਕਾਰ ਨਹੀਂ ਕਰ ਸਕੀ। ਔਰ ਵੈਸੇ ਵੀ ਕੁਝ ਜਿਹੜੇ ਹੋਰ ਵੱਡੇ ਗੈਂਗਸਟਰਸ ਨੇ, ਇਹਨਾਂ ਦੇ ਜਿਹੜੇ ਭਾਈਵਾਲ ਨੇ, ਜਿਵੇਂ ਗੋਲਡੀ ਬਰਾੜ, ਉਹ ਦੂਜੇ ਮੁਲਕ ਦੇ ਕੈਨੇਡਾ 'ਚ ਬੈਠਾ ਵਾ। ਸੋ ਜਿੰਨਾ ਚਿਰ ਤੱਕ ਉਹ ਅਰੈਸਟ ਨਹੀਂ ਹੁੰਦਾ ਔਰ ਵਾਪਸ ਉਹਨੂੰ ਐਕਸਟ੍ਰੈਡਾਈਟ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਤੱਕ ਇਹ ਪ੍ਰਾਪਤੀ ਇਨਕੰਪਲੀਟ ਰਹੂਗੀ ਮੇਰੇ ਹਿਸਾਬ ਦੇ ਨਾਲ। ਇੱਕ ਹੋਰ ਬਹੁਤ ਵੱਡੀ ਪ੍ਰਾਪਤੀ ਸਰਕਾਰ ਆਪਣੀ ਗਿਣਾ ਰਹੀ ਹੈ, ਜਿਹੜੀਆਂ ਅੱਜ ਉਹਨਾਂ ਨੇ 5-6 ਗੱਲਾਂ ਕਹੀਆਂ ਵਾਂ ਵੀ ਅਸੀਂ ਆਹ ਪ੍ਰਾਪਤੀਆਂ ਸਾਡੀਆਂ ਹਨ। ਉਹਦੇ ਸ਼ਾਇਦ ਜਿਹੜੀ 300 ਯੂਨਿਟ ਬਿਜਲੀ ਫ੍ਰੀ ਦਿੱਤੀ ਹੈ, ਵਾਕਈ ਇਹ ਇੱਕ ਗਰੰਟੀ ਸੀ ਅਰਵਿੰਦ ਕੇਜਰੀਵਾਲ ਦੀ, ਜਿਹੜੀ ਪੂਰੀ ਹੋਈ ਆ। ਔਰ ਇਹਦੇ ਨਾਲ ਕਰੀਬ ਆਲਮੋਸਟ ਸਰਕਾਰ ਦੇ ਦਾਅਵੇ ਮੁਤਾਬਕ 47 ਲੱਖ ਪਰਿਵਾਰਾਂ ਨੂੰ ਇਹਦਾ ਫਾਇਦਾ ਹੋਇਆ। ਲੇਕਿਨ ਇਹਦੇ ਨਾਲ ਬਿਜਲੀ ਬੋਰਡ ਦੇ ਉੱਤੇ ਜਿਹੜਾ ਬੋਝ ਪਊਗਾ, ਉਹਦਾ ਸਰਕਾਰ ਕਿਵੇਂ ਸਾਹਮਣਾ ਕਰੂਗੀ। ਇਸ 300 ਯੂਨਿਟ ਬਿਜਲੀ ਫ੍ਰੀ ਦੇਣ ਨਾਲ ਵੈਸੇ ਤਾਂ ਕੁਝ ਬਿਜਲੀ ਆਲਰੇਡੀ ਕੁਝ ਲੋਕਾਂ ਨੂੰ, ਕੁਝ ਵਰਗਾਂ ਨੂੰ ਮਿਲ ਰਹੀ ਸੀ, ਪਰ ਇਹਦੇ ਨਾਲ ਜਿਹੜਾ ਫਰੈਸ਼ ਫੈਸਲਾ ਲਿਆ ਗਿਆ ਵਾ, ਇਹਦੇ ਨਾਲ ਕਰੀਬ 1800 ਕਰੋੜ ਰੁਪਈਆ ਹੋਰ ਖਰਚ ਹੋਊਗਾ ਸਾਲਾਨਾ, 1800 ਕਰੋੜ ਰੁਪਈਆ। ਸੋ ਇਹਦੇ ਨਾਲ ਕਰੀਬ ਬਿਜਲੀ ਦੀਆਂ ਸਬਸਿਡੀਆਂ ਦਾ ਟੋਟਲ ਬਿੱਲ ਸਾਲਾਨਾ ਬਿੱਲ ਬਣ ਜਾਣਾ 20,000 ਕਰੋੜ। ਇਹ ਸਰਕਾਰ ਕਿੱਥੋਂ ਦਊਗੀ? ਇਹ ਇੱਕ ਬੜਾ ਵੱਡਾ ਸਵਾਲ ਆ। ਔਰ ਇਹ ਬਿਜਲੀ ਬੋਰਡ ਦੀ ਕਾਫੀ ਮਾਲੀ ਹਾਲਤ ਖਰਾਬ ਆ, ਔਰ ਸਰਕਾਰ ਨੇ ਉਹਨਾਂ ਦਾ ਆਲਮੋਸਟ 7 ਤੋਂ 8,000 ਕਰੋੜ ਰੁਪਈਆ ਬਕਾਇਆ ਵੀ ਦੇਣਾ ਵਾ। ਇਹ ਸਰਕਾਰ ਕਿੱਥੋਂ ਪੂਰਾ ਕਰੂਗੀ? ਸਰਕਾਰ ਦੇ ਉੱਤੇ ਕਾਫੀ ਵੱਡਾ ਕਰਜ਼ਾ ਵਾ। ਇਹ ਸਵਾਲ ਲੋਕੀ ਪੁੱਛ ਰਹੇ ਆ। ਔਰ ਇਹਦੇ ਨਾਲ ਕੁਝ ਹੋਰ ਗਰੰਟੀਆਂ ਵੀ ਜਿਹੜੀਆਂ ਪੂਰੀਆਂ ਪੈਸੇ ਦੀ ਘਾਟ ਕਰਕੇ ਨਹੀਂ ਹੋ ਸਕੀਆਂ। ਜਿਵੇਂ ਕਿਹਾ ਗਿਆ ਸੀ ਵੀ ਔਰਤਾਂ ਨੂੰ 1000 ਰੁਪਈਆ ਮਹੀਨਾ, 18 ਸਾਲ ਤੋਂ ਉੱਤੇ ਵਾਲੀਆਂ ਔਰਤਾਂ ਜਿਹੜੀਆਂ ਉਹਨਾਂ ਨੂੰ 18,000 ਰੁਪਈਆ ਮਹੀਨਾ ਦਿੱਤਾ ਜਾਊਗਾ। ਇਹਦਾ ਟੋਟਲ ਬਿੱਲ ਬਣ ਜਾਣਾ ਵਾ ਕਰੀਬ 12,000 ਕਰੋੜ ਰੁਪਈਆ ਸਾਲਾਨਾ। ਇਹ ਹਾਲੀ ਗਰੰਟੀ ਪੂਰੀ ਨਹੀਂ ਕੀਤੀ ਗਈ। ਅਗਲੇ ਦਿਨਾਂ ਦੇ ਵਿੱਚ ਔਰਤਾਂ ਵੱਲੋਂ, ਆਪੋਜੀਸ਼ਨ ਪਾਰਟੀਆਂ ਵੱਲੋਂ ਪ੍ਰੈਸ਼ਰ ਪਣੂਗਾ ਸਰਕਾਰ ਦੇ ਉੱਤੇ ਵੀ ਇਹ ਵੀ ਗਰੰਟੀ ਪੂਰੀ ਕਰੋ। ਇਹ ਕਿੱਥੋਂ ਪੂਰੀ ਹੋਊਗੀ? ਸੋ ਇਸ ਕਰਕੇ ਮੇਰੇ ਖਿਆਲ ਹਾਲੀ ਕਾਫੀ ਕੰਮ ਹੋਇਆ ਵਾ, ਲੇਕਿਨ ਕਾਫੀ ਕੰਮ, ਕਿਤੇ ਜ਼ਿਆਦਾ ਕੰਮ ਹਾਲੀ ਹੋਰ ਕਰਨਾ ਬਾਕੀ ਵੀ ਹੈ। ਔਰ ਆਪਾਂ ਵੇਖਿਆ ਹੀ ਆ ਕਿ ਕਿਸਾਨ ਵੀ ਉਸੇ ਤਰ੍ਹਾਂ ਹੀ ਖੁਦਕੁਸ਼ੀਆਂ ਕਰ ਰਹੇ ਜਿਵੇਂ ਪਹਿਲਾਂ ਕਰ ਰਹੇ ਸਨ। ਕਿਸਾਨ ਵੀ ਸੜਕਾਂ 'ਤੇ ਉਤਰੇ ਹੋਏ ਆ, ਮੁਜ਼ਾਹਰੇ ਕਰ ਰਹੇ ਆ, ਬਹੁਤ ਸਾਰੇ ਕਰਮਚਾਰੀ ਵੀ ਮੁਜ਼ਾਹਰੇ ਕਰ ਰਹੇ ਆ। ਸੋ ਇਹ ਕਈ ਕੁਛ ਹਾਲੀ ਕਰਨਾ ਬਾਕੀ ਹੈ। ਠੀਕ ਹੈ, ਸਰਕਾਰ ਨੇ ਕੁਝ ਨੌਕਰੀਆਂ ਜ਼ਰੂਰ ਦਿੱਤੀਆਂ ਵਾ, ਹੋਰ ਵੀ ਨੌਕਰੀਆਂ ਦੇ ਰਹੇ ਨੇ, ਲੇਕਿਨ ਲੋਕਾਂ ਦੀਆਂ ਆਸ਼ਾਵਾਂ ਕਿਤੇ ਜ਼ਿਆਦਾ ਵਾ। ਜੇ ਤੁਸੀਂ 2000 ਨੌਕਰੀਆਂ ਦੇਤੀਆਂ, 25,000 ਨੂੰ ਹੋਰ ਨੌਕਰੀਆਂ ਦੇ ਦੋਗੇ, ਲੇਕਿਨ ਜਿੰਨੇ ਚਿਰ ਤੱਕ ਤੁਸੀਂ 2 ਲੱਖ ਲੋਕਾਂ ਨੂੰ ਨੌਕਰੀ ਨਹੀਂ ਦਿੰਦੇ, ਉਹਨਾਂ ਚਿਰ ਤੱਕ ਲੋਕਾਂ ਦੀਆਂ ਤੁਸੀਂ ਆਸ਼ਾਵਾਂ 'ਤੇ ਖਰੇ ਪੂਰੇ ਨਹੀਂ ਉਤਰਦੇ। ਸੋ ਇਸ ਕਰਕੇ ਆਸ਼ਾਵਾਂ ਬਹੁਤ ਜ਼ਿਆਦਾ ਨੇ ਔਰ ਮੇਰੇ ਖਿਆਲ ਹਾਲੀ ਬਹੁਤ ਕੰਮ ਕਰਨ ਦੀ ਲੋੜ ਆ। ਹੁਣ ਆਪਾਂ ਆਉਂਦੇ ਹਾਂ ਨੈਕਸਟ ਮਸਲੇ 'ਤੇ ਕਿ ਕਿੰਨਾ ਮਸਲਿਆਂ 'ਚ ਸਰਕਾਰ ਨੂੰ ਹਾਈ ਕੋਰਟ 'ਚ ਕਰਨਾ ਪਿਆ ਨਮੋਸ਼ੀ ਦਾ ਸਾਹਮਣਾ। ਪਿਛਲੇ 6 ਮਹੀਨਿਆਂ 'ਚ ਘੱਟੋ ਘੱਟ 5 ਜਾਂ 6 ਇਹੋ ਜਿਹੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਹਾਈ ਕੋਰਟ ਵੱਲੋਂ ਇੱਕ ਤਰੀਕੇ ਦੀ ਫਟਕਾਰ ਵੀ ਲੱਗੀ ਆ, ਜਾਂ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਦਿੱਤਾ ਵਾ। ਪਹਿਲੋਂ ਤੇ AG ਆਫਿਸ ਦੇ ਵਿੱਚ ਜਿਹੜੇ ਲਾਅ ਆਫਿਸਰਸ ਲਾਉਣੇ ਸੀ, 3 ਮਹੀਨੇ ਲੱਗ ਗਏ ਸਰਕਾਰ ਨੂੰ ਆਪਣੀ ਲਿਸਟ ਨੂੰ ਫਾਈਨਲਾਈਜ਼ ਕਰਦਿਆਂ। ਸਰਕਾਰ ਨੇ ਪਹਿਲੋਂ ਇੱਕ ਸਟੈਂਡ ਲਿਆ ਕਿ ਲਾਅ ਆਫਿਸਰਸ ਦੇ ਵਿੱਚ ਦਲਿਤ ਵਰਗ ਵਾਸਤੇ, ਦਲਿਤ ਭਾਈਚਾਰੇ ਵਾਸਤੇ, SC ST ਵਾਸਤੇ ਕੋਈ ਰਾਖਵਾਂਕਰਨ ਨਹੀਂ ਹੋਊਗਾ, ਕਿਉਂਕਿ ਜਿਹੜਾ ਨੈਸ਼ਨਲ ਮਾਈਨੋਰਿਟੀਜ਼ ਕਮਿਸ਼ਨ ਸੀ ਉਹਦੇ ਵੱਲੋਂ ਹਦਾਇਤਾਂ ਸੀ ਕਿ ਕੁਝ ਪੋਸਟਾਂ ਰਾਖਵੀਆਂ ਰੱਖੀਆਂ ਜਾਣ। ਸਰਕਾਰ ਨੇ ਸਟੈਂਡ ਲਿਆ ਕਿ ਨਹੀਂ, ਅਸੀਂ ਰਾਖਵੀਆਂ ਰੱਖ ਸਕਦੇ। ਫਿਰ ਆਪਣਾ ਸਟੈਂਡ ਵਾਪਸ ਲਿਆ ਔਰ ਫਿਰ ਸਰਕਾਰ ਨੇ ਕੁਝ ਪੋਸਟਾਂ ਐਡਵਰਟਾਈਜ਼ ਕੀਤੀਆਂ ਕਿ 58 ਪੋਸਟਾਂ SC ST ਵਰਗ ਵਾਸਤੇ ਰਾਖਵੀਆਂ ਰੱਖੀਆਂ ਗਈਆਂ। ਉਹਨੂੰ ਹੁਣ ਚੈਲੰਜ ਕੀਤਾ ਗਿਆ ਵਾ। ਸੋ ਸਰਕਾਰ ਇਸ ਮਸਲੇ ਨੂੰ ਲੈ ਕੇ ਫਸੀ ਹੋਈ ਨਜ਼ਰ ਆਉਂਦੀ ਆ ਔਰ ਹੁਣ ਪਤਾ ਨਹੀਂ ਫਾਈਨਲੀ ਹਾਈ ਕੋਰਟ ਇਹਦੇ 'ਤੇ ਕੀ ਫੈਸਲਾ ਲਵੇਗਾ। ਇਸ ਤੋਂ ਇਲਾਵਾ ਆਟਾ ਦਾਲ ਸਕੀਮ, ਜਿਹੜੀ ਅੱਗੇ ਕਣਕ ਮਿਲਦੀ ਸੀ ਗਰੀਬ ਵਰਗ ਨੂੰ, ਉਹ ਇੱਕ ਸਰਕਾਰ ਨੇ ਕਿਹਾ ਜੀ ਅਸੀਂ ਆਟਾ ਦੇਵਾਂਗੇ ਔਰ ਘਰ ਪਹੁੰਚਾਵਾਂਗੇ। ਇਹ ਵੀ ਸਕੀਮ ਜਿਹੜੀ ਹੈ ਸਰਕਾਰ ਦਾ ਜਿਹੜਾ ਪਲਾਨ ਆ ਉਹਨੂੰ ਚੈਲੰਜ ਕੀਤਾ ਗਿਆ ਹਾਈ ਕੋਰਟ ਦੇ ਵਿੱਚ, ਕਿਉਂਕਿ ਇਹ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੀ ਕੁਝ ਲੋਕਾਂ ਵੱਲੋਂ ਜਿਨ੍ਹਾਂ ਨੇ ਚੈਲੰਜ ਕੀਤਾ ਉਹਨਾਂ ਕਿਹਾ ਜੀ ਉਹਦੀ ਉਲੰਘਣਾ ਵਾ। ਹੁਣ ਦੇਖਦੇ ਹਾਂ ਕਿ ਹਾਈ ਕੋਰਟ ਇਹਦੇ 'ਤੇ ਕੀ ਫੈਸਲਾ ਕਰਦੀ ਹੈ। ਇਸੇ ਤਰ੍ਹਾਂ ਜਦੋਂ ਘੱਲੂਘਾਰਾ ਵੀਕ ਸੀ ਜੁਲਾਈ ਦੇ ਵਿੱਚ, ਉਦੋਂ ਬਹੁਤ ਸਾਰੇ ਵਿਧਾਇਕਾਂ ਦੀ, ਹੋਰ VIPs ਦੀ ਸਿਕਿਉਰਿਟੀ ਘਟਾਈ ਗਈ ਔਰ ਸਿਰਫ ਸਿਕਿਉਰਿਟੀ ਘਟਾਈ ਨਹੀਂ ਗਈ, ਉਹਨੂੰ ਪਬਲਿਸਾਈਜ਼ ਕੀਤਾ ਗਿਆ। ਜਦੋਂ ਸਿੱਧੂ ਮੂਸੇਵਾਲਾ ਦੀ ਡੈਥ ਹੋ ਗਈ ਤਾਂ ਇਹ ਜਿਹੜੇ ਪਬਲਿਸਾਈਜ਼ ਕੀਤੀ ਗਈ ਸੀ ਲਿਸਟ, ਇਹ ਇੱਕ ਬੜਾ ਵੱਡਾ ਮਸਲਾ ਬਣਿਆ। ਹਾਈ ਕੋਰਟ ਦੇ ਵਿੱਚ ਇਹ ਮਸਲਾ ਪਹੁੰਚਿਆ ਔਰ ਹਾਈ ਕੋਰਟ ਨੇ ਕਿਹਾ ਵਾ ਸਰਕਾਰ ਨੂੰ ਕਿ ਇਹਦੀ ਇਨਕੁਆਇਰੀ ਕਰੋ। ਇਨਕੁਆਇਰੀ ਸ਼ੁਰੂ ਹੋਈ ਹੈ, ਇਨਕੁਆਇਰੀ ਚੱਲ ਰਹੀ ਹੈ। ਹੁਣ ਉਹ ਗਾਜ਼ ਕਿਹਦੇ 'ਤੇ ਗਿਰੂਗੀ ਇਹ ਦੇਖਣਾ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਹੁਣ ਤੱਕ ਕਹਿੰਦੀ ਆਈ ਜੀ ਅਸੀਂ ਇਲੀਗਲ ਮਾਈਨਿੰਗ ਬੰਦ ਕਰਾਂਗੇ। ਜੋ ਖਬਰ ਆ ਰਹੀਆਂ ਵਾ, ਇਲੀਗਲ ਮਾਈਨਿੰਗ ਹਾਲੀ ਵੀ ਹੋ ਰਹੀ ਹੈ। ਔਰ ਸਿਰਫ ਇਹੋ ਹੀ ਨਹੀਂ,
सरकार ने जिहड़ी अपनी नवी माइनिंग पॉलिसी बनाई आ, जिहड़ी पिछले महीने ऐलान किया जिहदा उहदे ते भी रोक लग गई है, क्योंकि सरकार ने एनवायरमेंटल क्लीयरेंस नहीं लई सी। और सिर्फ इहो ही नहीं, सरकार ने डिस्ट्रिक्ट वाइज सर्वे भी नहीं कराया। हर साल सर्वे कराना हुंदा भी किन्ना रेत, बजरी, मिनरल्स बारिशां दे दौरान दरियावां दे विच आईयां, किन्नियां तुसीं एक्सकेवेट कर सकदे जे, किन्नियां कढ सकदे जे, और की स्थिति है। ये बिना सर्वे किए सरकार ने अपनी पॉलिसी अनाउंस करती, जिहदे ते हुण रोक लग गई है। सो सरकार का जिहड़ा दावा सी कि असीं कई गुणा ज़्यादा माइनिंग तो पैसा कमा सकांगे, वो मेरे ख्याल इस वेले झूठी साबित हो रही है। एटलीस्ट वो डिले जरूर है। सो इस साल जिवें सरकार ने जो कहा सी कि असीं 1000 करोड़ रुपया कमावांगे, मेरे ख्याल वो पैसा इकट्ठा नहीं हो सकना, क्योंकि बॉर्डर एरियाज़ दे विच भी हाई कोर्ट ने रोक लाई है, क्योंकि उत्थे ये सुरक्षा का इशू बन गया। उत्थे बहुत वड्डे वड्डे टोए माइनिंग करने वाले ने पाते, और एक खतरा सीगा कि ये सुरंगां बन जाणगियां उत्थे, और सुरंगां के जरिए घुसपैठ भी बॉर्डर ते हो सकती है। सो माइनिंग के उपर भी सरकार नूं नमोशी का सामना करना पिया। सरकार ने फिर यह भी कहा सी जी असीं पंचायती जमीनां वापस लै रहे हैं। बहुत वड्डे पद्धर के उत्ते पंचायती जमीनां जिहड़ियां वा वो रसूख वाले लोगों ने मलियां होईयां। सरकार ने दावा किया कि असीं 9000 एकड़ सरकारी जमीनां वापस लईआं वा। इहदी बड़ी पब्लिसिटी भी हुई। एक दो थावां ते जिहड़े पंचायत मंत्री ने वो खुद गए पंचायत जमीनां दा कब्जा लैण वास्ते। एक थां ते भगवंत मान मुख मंत्री भी गए, लेकिन जिथे मुख्यमंत्री गए सन मोहाली जिले दे विच उस जिहड़ी सरकार ने जो कार्रवाई की उहदे ते रोक लग गई है। हुण देखते हैं हाई कोर्ट फाइनली की रवैया अपनाउंदा वा। फतेहगढ़ साहब दे विच एक होर जगह दे विच जिथे करीब 400 एकड़ सरकार ने क्लेम किया सी, दावा किया सी असीं वापस ले ली है, वो दोबारा जमीनदार जिहड़े ने वो जमीन वाहण लग पे। सो इहदे ते भी हुण पिछले कुछ हफ्तियां तो वेख रहे हैं भी सरकार थोड़ी मट्ठी पई नज़र आउंदी है। हुण वो प्रोएक्टिव नहीं है इस काम पक्षों। सो कई मसलियां दे विच जिहदे सरकार बड़े वड्डे दावे कर रही सी भी साडी कारगुजारी बहुत काबिले तारीफ है, उत्थे सरकार नूं नमोशी का सामना करना पिया वा। सो इस करके सरकार नूं अपनी जिहड़ियां नीतियां वा उहदे च करैक्शन करनी पऊगी। एक कोर्स करैक्शन बारे बाद च आपां गल करते हैं, लेकिन इस वेले सरकार की मैं फिर दस देवां कि सरकार के पहले 6 महीनों की जी कारगुजारी है वो मिली जुली जी प्रतिक्रिया है। और जो हाई कोर्ट्स के रिपीटडली एक तो बाद दूसरे तो बाद तीसरी सैटबैक मिली है, वो मेरे ख्याल काफ़ी हैरानी का वो काफ़ी लोगों को हैरानी भी हुई है। जिवें सरकार ने दावा किया सी असीं एक विधायक नूं एक पेनशन स्कीम वो लागू करांगे, 20 करोड़ रुपया हर साल बचावांगे। ये बारे सरकार ने बहुत पब्लिसिटी भी की, लेकिन अज पता लगा वा कि ये कुछ 5-6 कांग्रेस के विधायकों ने जिहड़े साबका विधायक सीगे उन्होंने इस सरकार की जिहड़ी नोटिफिकेशन है उन्होंने चैलेंज किया वा। हाई कोर्ट ने सरकार नूं इहदे ते नोटिस दिता वा। हुण फाइनली ये की होऊगा ये देखना होवेगा, लेकिन इन्हां विधायकों का कहना वा भी कोई भी जिहड़ी नवीं नोटिफिकेशन आउंदी आ वो रैट्रोस्पैक्टिव इफैक्ट पिछों तो लागू नहीं हो सकती, अगों तो लागू हो सकती है। सो इन्हां विधायकों का कहना वा कि जे तुसीं एक पेनशन एक MLA एक पेनशन स्कीम लागू करनी आ हुण तो उन्होंने लागू कर सकते जे। 2017 जिहड़े MLA बने सन जिन्हां दी पेनशन 2022 तो बनती है उदों तुसीं लागू कर सकते जे, लेकिन उस तो पहलों वाले जिहड़े MLAs आ उन्हां ते स्कीम लागू नहीं होवेगी। देखते हैं हाई कोर्ट इहदे ते की रुख अपनाउंदा वा। हुण आपां नैक्सट मसले ते आउने आ। पार्टी दे जिहड़े विधायक ने ते वर्कर ने उन्हां दा किहो जिहा है मनोबल। कोई बहुता जिहड़े विधायक ने और पार्टी के वर्कर ने बहुते अपबील्ट नज़र नहीं आते। कोई मनोबल बहुत वधिया नहीं, बहुत चंगा नहीं, क्योंकि बहुते विधायकों को लगता, मेरी बहुत सारे गल हुई है, वो आते जी साढ़े काम नहीं हो रहे। और जाहिर है कि काम क्यों नहीं हो रहे, क्योंकि सरकार को पैसा ही है नहीं। विकास के काम जोड़े आ वो MLA कराना चाहते अपने अपने हल्कों के, लेकिन वो काम नहीं गां तुर रहे। और पैसे की घाट करके MLA जिवें MP लैड फंड हुंदा वा, हर MP नूं एक पैसा मिलता वा 5 करोड़ रुपया सालाना, जिहड़ा वो जिहदे विकास के काम अपने अपने हल्कों करा सकते हैं, अपने अपनियां लोक सभा कॉन्स्टिट्यूएंसीज करा सकते हैं। इस तरह कई थावां ते MLA लैड फंड भी हुंदा, लेकिन पंजाब च पैसा ना होने करके MLAs को कोई फंड नहीं है जिहड़ा वो अपने तरफों विकास के कामां ते खर्च कर सकन। सो ये करके भी MLAs दे विच थोड़ी जी निराशा जरूर है। MLA ये भी कह रहे हैं कि 2 पावर सेंटर ने, एक इत्थों दा मुख्यमंत्री और उन्होंने टीम और दूसरी दिल्ली की टीम। सो ये करके भी MLAs दे विच काफ़ी कन्फ्यूजन है। उन्होंने
2-3 ਥਾਵਾਂ ਤੇ ਹਾਜ਼ਰੀ ਜਾ ਕੇ ਭਰਨੀ ਪੈਂਦੀ ਹੈ। ਸੋ ਇਹਦੇ ਕਰਕੇ ਵੀ ਮਨੋਬਲ ਉਹਨਾਂ ਦਾ ਕੋਈ ਬਹੁਤਾ ਉੱਚਾ ਨਹੀਂ। ਜਿਹੜੇ ਮੰਤਰੀ ਜਿਸ ਸਿਸਟਮ ਨਾਲ ਬਣਾਏ ਗਏ ਉਹਦੇ ਕਰਕੇ ਵੀ ਕਾਫੀ MLAs ਦੇ ਵਿੱਚ ਨਿਰਾਸ਼ਾ ਵਾ। ਕਈ MLA ਜਿਹੜੇ ਦੂਜੀ ਵਾਰੀ ਵਿਧਾਇਕ ਬਣੇ ਨੇ, ਉਹਨਾਂ ਨੂੰ ਆਸ ਸੀ ਵੀ ਅਸੀਂ ਤਾਂ ਮੰਤਰੀ ਬਣੇ, ਜਦੋਂ ਉਹਨਾਂ ਨੂੰ ਨਹੀਂ ਮੰਤਰੀ ਬਣਾਇਆ ਗਿਆ ਉਹਨਾਂ 'ਚ ਨਿਰਾਸ਼ਾ ਵਾ। ਬਹੁਤ ਸਾਰੇ ਜਿਹੜੇ ਜਾਇੰਟ ਕਿਲਰ ਸੀ, ਜਿਨ੍ਹਾਂ ਨੇ ਬਹੁਤ ਵੱਡੇ ਦਿੱਗਜ ਨੇਤਾਵਾਂ ਨੂੰ, ਆਪੋਜੀਸ਼ਨ ਦੇ ਨੇਤਾਵਾਂ ਨੂੰ ਹਰਾਇਆ, ਉਹਨਾਂ ਨੂੰ ਵੀ ਆਸ ਸੀ ਵੀ ਸਾਨੂੰ ਵੀ ਮੰਤਰੀ ਬਣਾਇਆ ਜਾਊਗਾ, ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ, ਉਹਨਾਂ 'ਚ ਵੀ ਨਿਰਾਸ਼ਾ ਵਾ। ਕਿਸੇ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ, ਕਿਸੇ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ, ਕਿਸੇ ਨੇ ਨਵਜੋਤ ਸਿੱਧੂ ਨੂੰ ਹਰਾਇਆ ਜਾਂ ਬਿਕਰਮ ਮਜੀਠੀਆ ਨੂੰ ਹਰਾਇਆ। ਸੋ ਬੜੇ ਵੱਡੇ ਨਾਂ ਨੇ। ਸੋ ਮਨਪ੍ਰੀਤ ਬਾਦਲ ਨੂੰ ਹਰਾਇਆ। ਸੋ ਇਹ ਲੋਕੀ ਐਕਸਪੈਕਟ ਕਰਦੇ ਸੀ ਵੀ ਇਹਨਾਂ ਨੂੰ ਡੈਫੀਨੇਟਲੀ ਰੀਹੈਬਿਲਿਟੇਟ ਕਿਸੇ ਨਾ ਕਿਸੇ ਤਰੀਕੇ ਨਾਲ ਕੀਤਾ ਜਾਊ, ਮੰਤਰੀ ਬਣਾਇਆ ਜਾਊ ਜਾਂ ਕੋਈ ਨਾ ਕੋਈ ਹੋਰ ਅਹੁਦਾ ਦਿੱਤਾ ਜਾਊ। ਉਹ ਨਹੀਂ ਦਿੱਤਾ ਗਿਆ, ਉਹਨਾਂ 'ਚ ਵੀ ਨਿਰਾਸ਼ਾ ਵਾ। ਔਰ ਇਸ ਤੋਂ ਇਲਾਵਾ ਜਿਹੜੇ ਪੜ੍ਹੇ ਲਿਖੇ MLA ਨੇ ਉਹ ਵੀ ਬੜੇ ਨਿਰਾਸ਼ ਨੇ ਕਿ ਘੱਟੋ ਘੱਟ 8-10 ਡਾਕਟਰ ਨੇ ਇਸ 92 MLAs ਦੇ ਵਿੱਚ, ਕਿ ਉਹਨਾਂ ਨੂੰ ਵੀ ਕੋਈ ਰਿਕਗਨੀਸ਼ਨ ਉਹਨਾਂ ਦੀ ਨਹੀਂ ਹੋਈ। ਸੋ ਇਸ ਕਰਕੇ ਮਨੋਬਲ ਜਿਹੜਾ ਵਾ ਇਹਦੇ ਵੱਲ ਵੀ ਸਰਕਾਰ ਨੂੰ, MLAs ਦੇ ਮਨੋਬਲ ਵੱਲ ਡੈਫੀਨੇਟਲੀ ਧਿਆਨ ਦੇਣਾ ਪਊਗਾ। ਹੁਣ ਆਪਾਂ ਅਗਲੇ ਮਸਲੇ ਤੋਂ ਆਉਂਦੇ ਹਾਂ ਵੀ ਕਿਸ ਤਰ੍ਹਾਂ ਦੀ ਕੋਰਸ ਕਰੈਕਸ਼ਨ ਦੀ ਸਰਕਾਰ ਨੂੰ ਲੋੜ ਆ। ਮੇਰਾ ਆਪਣਾ ਮੰਨਣਾ ਵਾ ਕਿ 5-6 ਖੇਤਰਾਂ ਦੇ ਵਿੱਚ ਕੋਰਸ ਕਰੈਕਸ਼ਨ ਦੀ ਲੋੜ ਆ। ਇੱਕ ਤੇ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ MLAs ਨੂੰ ਐਮਪਾਵਰ ਕਰਨਾ ਪਊ, ਉਹਨਾਂ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਬਿਜ਼ੀ ਕਰਨਾ ਪਊ, ਕੋਈ ਨਾ ਕੋਈ ਉਹਨਾਂ ਨੂੰ MLA ਲੈਡ ਫੰਡ ਦੇ ਕੇ ਔਰ ਉਹਨਾਂ ਨੂੰ ਵਿਕਾਸ ਕਮੇਟੀਆਂ ਦੀ ਪ੍ਰਧਾਨਗੀ ਦੇ ਕੇ ਉਹਨਾਂ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਐਮਪਾਵਰ ਕਰਨਾ ਪਊਗਾ। ਇਸ ਤੋਂ ਬਾਅਦ ਸਰਕਾਰ ਨੂੰ ਇੱਕ ਆਪਣਾ ਰਵੱਈਆ ਬਦਲਣਾ ਪਊਗਾ। ਸਰਕਾਰ ਹੁਣ ਆਪੋਜੀਸ਼ਨ 'ਚ ਨਹੀਂ ਹੈ ਆਮ ਆਦਮੀ ਪਾਰਟੀ, ਆਪੋਜੀਸ਼ਨ ਪਾਰਟੀ ਸਰਕਾਰ ਬਣਾਈ ਹੋਈ ਹੈ। ਸੋ ਹੁਣ ਫੋਟੋ ਆਪਸ ਦਾ ਸਮਾਂ ਨਹੀਂ, ਪਰਫਾਰਮੈਂਸ ਦਾ ਸਮਾਂ ਵਾ। ਸਰਕਾਰ ਬਹੁਤ ਸਮਾਂ ਆਪਣਾ ਟਾਈਮ ਜਿਹੜਾ ਵਾ ਉਹ ਫੋਟੋ ਆਪਸ 'ਤੇ ਲਾ ਰਹੀ ਆ। ਔਰ ਇਸੇ ਤਰ੍ਹਾਂ ਸਰਕਾਰ ਨੂੰ ਆਪਣੀ ਮੀਡੀਆ ਪਾਲਿਸੀ ਵੀ ਬਦਲਣੀ ਪਊਗੀ। ਇਸ ਵੇਲੇ ਸਰਕਾਰ ਇਸ਼ਤਿਹਾਰਾਂ ਦੇ ਬੇਸ 'ਤੇ ਚੱਲ ਰਹੀ ਹੈ, ਐਡਵਰਟਾਈਜ਼ਮੈਂਟਸ ਦੇ ਬੇਸ 'ਤੇ। ਕਈ ਅਖਬਾਰਾਂ ਦੇ ਵਿੱਚ ਇਸ਼ਤਿਹਾਰਾਂ ਨੂੰ ਖਬਰਾਂ ਦੀ ਸ਼ਕਲ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਸਰਕਾਰ ਨੂੰ ਆਪਣੇ ਆਪ 'ਤੇ ਕੌਨਫੀਡੈਂਸ ਹੋਣਾ ਚਾਹੀਦਾ ਵਾ ਕਿ ਅਸੀਂ ਚੰਗਾ ਕੰਮ ਕਰਾਂਗੇ ਅਤੇ ਆਪਣੇ ਆਪ ਉਹਦੀ ਕਵਰੇਜ ਹੋਊਗੀ। ਇੱਕ ਪ੍ਰੋਪਰ ਟਰਾਂਸਪੇਰੈਂਟ ਮੀਡੀਆ ਪਾਲਿਸੀ ਚਾਹੀਦੀ ਆ। ਮੈਨੂੰ ਯਾਦ ਆ ਭਗਵੰਤ ਮਾਨ ਸਾਹਿਬ ਜਦੋਂ ਆਪੋਜੀਸ਼ਨ ਦੇ ਵਿੱਚ ਸੀ, ਇੱਕ ਵਾਰੀ ਮੇਰੇ ਨਾਲ ਵੀ ਉਹਨਾਂ ਦੀ ਡਿਸਕਸ਼ਨ ਹੋਈ ਅਤੇ ਉਹ ਕਹਿੰਦੇ ਹੁੰਦੇ ਸੀ ਵੀ ਓਥ ਆਫ ਸੀਕ੍ਰੇਸੀ ਦੀ ਥਾਂ ਜੇ ਆਮ ਆਦਮੀ ਪਾਰਟੀ ਆਊਗੀ ਤਾਂ ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ ਓਥ ਆਫ ਪਾਰਦਰਸ਼ਤਾ ਦਾ ਅਸੀਂ ਓਥ ਜਿਹੜਾ ਉਹ ਲਵਾਂਗੇ। ਲੇਕਿਨ ਹੁਣ ਪਤਾ ਲੱਗਦਾ ਵਾ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਸਰਕਾਰ ਆਪਣੇ ਬਾਰੇ ਇਨਫੋਰਮੇਸ਼ਨ ਦੇਣ ਤੋਂ ਗੁਰੇਜ਼ ਕਰ ਰਹੀ ਹੈ। ਸੋ ਸਰਕਾਰ ਨੂੰ ਇੱਕ ਪਾਰਦਰਸ਼ੀ ਮੀਡੀਆ ਪਾਲਿਸੀ ਬਣਾਉਣੀ ਚਾਹੀਦੀ ਆ। ਔਰ ਰਿਸੋਰਸ ਮੋਬਿਲਾਈਜੇਸ਼ਨ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਪਊਗਾ, ਕਿਉਂਕਿ ਇਸ ਵੇਲੇ ਰਿਸੋਰਸਿਸ ਹੈ ਨਹੀਂ, ਵਿਕਾਸ ਦੇ ਕੰਮ ਹੈ ਨਹੀਂ, ਹੋ ਨਹੀਂ ਰਹੇ, ਅਤੇ ਕਿੱਥੋਂ ਰਿਸੋਰਸਿਸ ਆਉਣੇ। ਇਹਦੇ 'ਤੇ ਡੈਫੀਨੇਟਲੀ ਕੰਮ ਕਰਨ ਦੀ ਲੋੜ ਆ। ਮੇਰੇ ਖਿਆਲ ਇੱਕ ਹਾਈ ਲੈਵਲ ਐਕਸਪਰਟਸ ਕਮੇਟੀ ਬਣਾਉਣ ਦੀ ਲੋੜ ਆ। ਕੇਂਦਰ ਸਰਕਾਰ ਕੋਲ ਪਹੁੰਚ ਕਰਨ ਦੀ ਲੋੜ ਆ। ਔਰ ਇਹਦੇ ਨਾਲ ਐਗਰੀਕਲਚਰ ਪਾਲਿਸੀ ਬਣਾਉਣ ਦੀ ਲੋੜ ਆ, ਕਿਉਂਕਿ ਖੁਦਕਸ਼ੀਆਂ ਉਸੇ ਤਰ੍ਹਾਂ ਹੀ ਜਾਰੀ ਆ। ਇੰਡਸਟਰੀਅਲ ਪਾਲਿਸੀ ਬਣਾਉਣ ਦੀ ਲੋੜ ਆ। ਸਰਕਾਰ ਨੇ ਦਾਅਵਾ ਕੀਤਾ ਕਿ BMW ਇੱਥੇ ਇੱਕ ਆਟੋ ਪਾਰਟਸ ਦੀ ਫੈਕਟਰੀ ਲਾ ਰਹੇ ਆ। ਉਹਨਾਂ ਨੇ ਫਿਰ BMW ਨੇ ਕਿਹਾ ਅਸੀਂ ਇਹੋ ਜਿਹੀ ਨਹੀਂ, ਅਸੀਂ ਕੋਈ ਯੂਨਿਟ ਲਾ ਰਹੇ। ਮੇਰਾ ਖਿਆਲ ਹੈ ਸਰਕਾਰ ਕੋਈ ਪ੍ਰੋਪਰ ਇੰਡਸਟਰੀਅਲ ਪਾਲਿਸੀ ਲੈ ਕੇ ਆਊਗੀ ਅਤੇ ਇਨਵੈਸਟਮੈਂਟ ਆਪਣੇ ਆਪ ਹੀ ਆ ਜਾਊ। ਕੋਈ ਬਹੁਤੀ ਇਨਵੈਸਟਮੈਂਟ ਦੀ ਫਿਰ ਕੋਸ਼ਿਸ਼ ਵੀ ਨਹੀਂ ਕਰਨੀ ਪੈਣੀ। ਇਸੇ ਤਰ੍ਹਾਂ ਹੀ ਹੈਲਥ ਪਾਲਿਸੀ ਬਣਾਉਣ ਦੀ ਲੋੜ ਆ। ਜਿਹੜੇ ਮੁਹੱਲਾ ਕਲੀਨਿਕ ਨੇ, ਠੀਕ ਹੈ 100 ਮੁਹੱਲਾ ਕਲੀਨਿਕ ਤੁਸੀਂ ਬਣਾਤਾ, ਲੇਕਿਨ ਮੁਹੱਲਾ ਕਲੀਨਿਕ ਉੱਥੇ ਬਣਾਉਣੇ ਚਾਹੀਦੇ ਆ ਜਿੱਥੇ ਸਾਡੇ ਹੈਲਥ ਸਿਸਟਮ 'ਚ ਗੈਪਸ ਨੇ। ਅਦਰਵਾਈਜ਼ ਹੈਲਥ ਸਿਸਟਮ ਬਹੁਤ ਚੰਗਾ ਵਾ, ਉਹਦੇ 'ਚ ਜਿਹੜੀਆਂ ਕਮੀਆਂ ਪੇਸ਼ੀਆਂ ਵਾ ਉਹਨਾਂ ਨੂੰ ਪੂਰੀ ਕਰਨ ਦੀ ਲੋੜ ਆ। ਉਸੇ ਸਿਸਟਮ ਨੂੰ ਚਲਾਇਆ ਜਾਵੇ ਔਰ ਜਿੱਥੇ ਗੈਪਸ ਆ ਉੱਥੇ ਮੁਹੱਲਾ ਕਲੀਨਿਕ ਬਣਾਏ ਜਾਣਾ, ਨਾ ਕਿ ਮੁਹੱਲਾ ਕਲੀਨਿਕ ਡਿਸਪੈਂਸਰੀਆਂ ਔਰ ਪ੍ਰਾਇਮਰੀ ਹੈਲਥ ਸੈਂਟਰ ਦੇ ਥਾਂ 'ਤੇ ਬਣ, ਜੋ ਸਰਕਾਰ ਕੋਸ਼ਿਸ਼ ਕਰ ਰਹੀ ਆ। ਇਹ ਇੱਕ ਮੇਰੇ ਹਿਸਾਬ ਨਾਲ ਜ਼ੀਰੋ ਸਮ ਗੇਮ ਆ। ਇਹਦੇ 'ਤੇ ਸਰਕਾਰ ਨੂੰ ਆਪਣਾ ਸਮਾਂ ਵੇਸਟ ਨਹੀਂ ਕਰਨਾ ਚਾਹੀਦਾ। ਲਾਸਟ ਮਸਲੇ 'ਤੇ ਆਪਾਂ ਆਉਂਦੇ ਹਾਂ। ਆਪੋਜੀਸ਼ਨ ਦਾ ਰੋਲ ਹੁਣ ਤੱਕ ਪਹਿਲੇ 6 ਮਹੀਨਿਆਂ ਦੇ ਵਿੱਚ ਕਿਹੋ ਜਿਹਾ ਰਿਹਾ। ਮੇਰਾ ਆਪਣਾ ਮੰਨਣਾ ਵਾ ਕਿ ਆਪੋਜੀਸ਼ਨ ਦਾ ਰੋਲ ਬਹੁਤ ਕਮਜ਼ੋਰ ਰਿਹਾ। ਆਪੋਜੀਸ਼ਨ ਇੱਕ ਤਰੀਕੇ ਦੀ ਹੈ ਹੀ ਨਹੀਂ। ਕਾਂਗਰਸ ਦੇ ਸਿਰਫ 18 ਵਿਧਾਇਕ ਨੇ, ਅਕਾਲੀ ਦਲ ਦੇ ਸਿਰਫ 3 ਵਿਧਾਇਕ ਨੇ, ਔਰ ਅਕਾਲੀ ਦਲ ਤੇ ਵੈਸੇ ਵੀ ਜਿਹੜੀ ਅਕਾਲੀ ਦਲ ਦੇ ਵਿੱਚ ਅੰਦਰੂਨੀ ਬਗਾਵਤ ਹੋ ਰਹੀ ਉਹਨੂੰ ਸੰਭਾਲਣ 'ਚ ਲੱਗੀ ਹੋਈ ਆ। ਕਾਂਗਰਸ ਪਾਰਟੀ ਤੋਂ ਬੜੀ ਆਸ ਸੀ, ਲੇਕਿਨ ਕਾਂਗਰਸ ਪਾਰਟੀ ਜੋ ਦੇਖਿਆ ਗਿਆ ਵਾ, ਕਾਂਗਰਸ ਪਾਰਟੀ ਜਿਹੜੀ ਆ ਉਹ ਸਿਰਫ ਆਪਣੀ ਹਰ ਬੰਦਾ, ਹਰ ਲੀਡਰ ਜਿਹੜਾ ਆਪਣੀ ਡੁਗਡੁਗੀ ਵਜਾਉਣ 'ਚ ਲੱਗਾ ਹੋਇਆ, ਸਿਰਫ ਆਪਣੀ ਛਵੀ ਬਣਾਉਣ ਦੇ ਵਿੱਚ ਉਹ ਲੱਗਾ ਹੋਇਆ। ਲੀਡਰ ਆਫ ਆਪੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਸੀ ਕਿ ਉਹ ਇੱਕ ਸ਼ੈਡੋ ਕੈਬਨਿਟ ਬਣਾਉਣਗੇ। ਨਾ ਸ਼ੈਡੋ ਕੈਬਨਿਟ ਬਣੀ, ਨਾ ਕੋਈ ਸ਼ੈਡੋ ਕੈਬਨਿਟ ਦਾ ਕੰਮ ਹੀ ਹੋਇਆ, ਔਰ ਸਿਰਫ ਆਪਣੀ ਬਿਆਨਬਾਜ਼ੀ ਹੋ ਰਹੀ ਆ।
LOP ਆਪਣਾ ਬਿਆਨ ਦੇ ਦਿੰਦੇ ਆ, ਪਾਰਟੀ ਪ੍ਰਧਾਨ ਆਪਣਾ ਬਿਆਨ ਦੇ ਦਿੰਦੇ ਆ, ਕੁਝ ਹੋਰ ਲੀਡਰ ਨੇ ਉਹ ਵੀ ਬਿਆਨਬਾਜ਼ੀ ਦੇ ਵਿੱਚ ਲੱਗੇ ਹੋਏ ਆ। ਸੋ ਇਸ ਕਰਕੇ ਇੱਕ ਪ੍ਰੋਪਰ ਆਪੋਜੀਸ਼ਨ ਵੱਲੋਂ ਇੱਕ ਨੀਤੀ ਰਣਨੀਤੀ ਦੇ ਤਹਿਤ ਸਰਕਾਰ ਨੂੰ ਅੜੇ ਹੱਥੀਂ ਲੈਣਾ ਜਿਹੜਾ ਵਾ ਉਹ ਨਹੀਂ ਹੋ ਰਿਹਾ। ਹਾਂ, ਇੱਥੇ ਇੱਕ ਜ਼ਰੂਰ ਮੈਂ ਕਹਿਣੀ ਚਾਹੂੰਗਾ ਕਿ ਬਹੁਤ ਸਾਰੇ ਜਿਹੜੇ RTI ਐਕਟਿਵਿਸਟ ਨੇ ਉਹ ਬੜਾ ਅੱਛਾ ਕੰਮ ਕਰ ਰਹੇ ਆ। ਘੱਟੋ ਘੱਟ 1 ਦਰਜਨ ਜਾਂ ਅੱਧਾ ਦਰਜਨ ਐਕਟਿਵਿਸਟ ਨੇ ਜਿਹੜੇ ਬੜੇ ਐਕਟਿਵ ਨੇ, ਬਹੁਤ ਸਾਰੀ RTI ਇਨਫੋਰਮੇਸ਼ਨ ਪਾਉਂਦੇ ਰਹਿੰਦੇ ਆ, RTI ਇਨਫੋਰਮੇਸ਼ਨ ਲੈ ਕੇ ਉਹਨੂੰ ਫਿਰ ਜਨਤਕ ਕਰਦੇ ਰਹਿੰਦੇ ਆ। ਜਿਹੜਾ ਰੋਡ ਸ਼ੋਅ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਹਦੀ ਇਨਫੋਰਮੇਸ਼ਨ ਉਹਨਾਂ ਕੱਢੀ, ਜਨਤਕ ਕੀਤੀ। ਜਿਹੜੀ ਸਹੁੰ ਚੁੱਕ ਸਮਾਗਮ ਸੀ ਖਟਕੜ ਕਲਾਂ 'ਚ, ਉਹਦੀ ਇਨਫੋਰਮੇਸ਼ਨ ਉਹਨਾਂ ਨੇ ਲਈ ਔਰ ਜਨਤਕ ਕੀਤੀ। ਔਰ ਇਸ ਤੋਂ ਇਲਾਵਾ 에ਅਰ ਟਰੈਵਲ, ਜਿਹੜੇ ਹਵਾਈ ਸਫ਼ਰ ਜਿਹੜੇ ਸਰਕਾਰ ਦੇ ਮੁੱਖ ਮੰਤਰੀ ਔਰ ਹੋਰ ਲੋਕ ਕਰਦੇ ਰਹੇ ਨੇ, ਉਹਦੇ ਬਾਰੇ ਉਹਨਾਂ ਨੇ ਜਾਣਕਾਰੀ ਜਨਤਕ ਕੀਤੀ। ਸੋ RTI ਐਕਟਿਵਿਸਟ ਜਿਹੜੇ ਨੇ ਮੇਰੇ ਹਿਸਾਬ ਨਾਲ ਉਹ ਆਪੋਜੀਸ਼ਨ ਦਾ ਰੋਲ ਪਲੇ ਕਰ ਰਹੇ ਆ, ਆਪੋਜੀਸ਼ਨ ਪਾਰਟੀਆਂ ਰੋਲ ਪਲੇ ਨਹੀਂ ਕਰ ਰਹੀਆਂ। ਸੋ ਆਪੋਜੀਸ਼ਨ ਪਾਰਟੀਆਂ ਨੂੰ ਵੀ ਆਪਣੇ ਆਪ ਨੂੰ ਗੇਅਰ ਅਪ ਕਰਨਾ ਪਊਗਾ। ਔਰ ਇਹਦੇ ਨਾਲ ਮੈਂ ਜਾਂਦੇ ਇੱਕ ਗੱਲ ਹੋਰ ਵੀ ਕਰਨੀ ਚਾਹੁੰਦਾ। ਇਸ ਵੇਲੇ ਬਹੁਤ ਜ਼ਿਆਦਾ ਤਲਖੀ ਨਜ਼ਰ ਆ ਰਹੀ ਹੈ ਸਰਕਾਰ ਔਰ ਵਿਰੋਧੀ ਧਿਰਾਂ ਦੇ ਵਿੱਚ। ਮੇਰੇ ਖਿਆਲ ਇਹ ਤਲਖੀ ਦੂਰ ਕਰਨ ਦੀ ਲੋੜ ਆ, ਇਹਦੀ ਪਹਿਲ ਸਰਕਾਰ ਨੂੰ ਕਰਨੀ ਪਵੇਗੀ। ਠੀਕ ਹੈ, ਤੁਸੀਂ ਭ੍ਰਸ਼ਟ ਲੋਕ ਜਿਹੜੇ ਸਨ, ਕਾਂਗਰਸ ਦੇ ਜਿਹੜੇ ਮਿਨਿਸਟਰ ਸਨ ਜਾਂ ਅਕਾਲੀ ਦਲ ਮਿਨਿਸਟਰ ਸਨ, ਅਕਾਲੀ ਦਲ ਦੇ ਮਿਨਿਸਟਰ ਸੀ ਜਾਂ ਭਾਜਪਾ ਦੇ ਮਿਨਿਸਟਰ, ਕਾਰਵਾਈ ਜ਼ਰੂਰ ਕਰੋ, ਲੇਕਿਨ ਜਨਰਲੀ ਇੱਕ ਤਲਖੀ ਦੀ ਬਜਾਏ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ, ਮਿਲ ਜੁਲ ਕੇ ਚੱਲਣ ਦੀ ਲੋੜ ਹੈ। ਕਿਉਂਕਿ ਬਹੁਤ ਸਾਰੇ ਮਸਲਿਆਂ ਦੇ ਉੱਪਰ, ਜਿਵੇਂ SYL ਆ, ਚੰਡੀਗੜ੍ਹ ਦਾ ਮਸਲਾ ਵਾ, ਔਰ ਪੰਜਾਬ ਦੀ ਵਿੱਤੀ ਹਾਲਤ ਆ, ਇਹਦੇ 'ਤੇ ਕੰਸੈਂਸਸ ਬਣਾਉਣ ਦੀ ਲੋੜ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਸੋ ਮੇਰੇ ਖਿਆਲ ਇੱਕ ਨਵੀਂ ਤਰੀਕੇ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਦਿਖਾਉਣੀ ਚਾਹੀਦੀ ਆ ਸਾਰਿਆਂ ਨੂੰ, ਸਰਕਾਰ ਨੂੰ ਵੀ ਤੇ ਆਪੋਜੀਸ਼ਨ ਪਾਰਟੀਜ਼ ਨੂੰ ਵੀ। ਸੋ ਪਹਿਲੇ 6 ਮਹੀਨੇ ਤੋਂ ਆਪਾਂ ਨੂੰ ਸਬਕ ਇਹ ਲੈਣਾ ਚਾਹੀਦਾ ਦੈਟ ਦੇਰ ਇਜ਼ ਨੀਡ ਫॉर ਕੋਰ ਕਰੈਕਸ਼ਨ ਐਟ ਆਲ ਲੈਵਲਸ। ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਤੁਹਾਡੇ ਤੋਂ ਲੈ ਰਿਹਾ ਵਾਂ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।